ਸ਼ੁਰੂਆਤ ਕਰਦੇ ਜਾਈਏ ਹਰਵਿੰਦਰ, ਇਹੀ ਚਰਚਾ ਕਰਦੇ ਹਾਂ, ਸਾਈਬਰ ਸਿਕਿਉਰਿਟੀ ਹੁੰਦੀ ਕੀ ਆ? ਵਾਟ ਇਜ਼ ਸਾਈਬਰ ਸਿਕਿਉਰਿਟੀ? ਰਾਜਕਰਨ, ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਜਾਂ ਸਾਈਬਰ ਸੁਰੱਖਿਆ ਜਿੱਦਾਂ ਤੁਸੀਂ ਕਿਹਾ, ਉਹਦੀ ਗੱਲ ਕਰੀਏ ਤੇ ਕੋਈ ਵੀ ਇੱਦਾਂ ਦੀ ਪ੍ਰੈਕਟਿਸ, ਪ੍ਰੋਸੈਸ ਜਿਹਦੇ ਵਿੱਚ ਜਿਹੜਾ ਸਾਡਾ ਡਿਜੀਟਲ ਡੇਟਾ ਪਿਆ ਹੋਇਆ, ਇਨਫੋਰਮੇਸ਼ਨ ਪਈ ਹੋਈ ਆ, ਉਹਦਾ ਅਸੀਂ ਬਚਾਅ ਕਰ ਸਕੀਏ ਤੇ ਉਹਨੂੰ ਜਿਹੜੇ ਅਨਵਾਂਟਡ ਹੱਥ ਆ ਜਾਂ ਜਿਹੜੇ ਲੋਕਾਂ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ, ਉਹ ਲੋਕਾਂ ਤੋਂ ਅਸੀਂ ਉਸ ਇਨਫੋਰਮੇਸ਼ਨ ਨੂੰ ਜਾਂ ਪ੍ਰੋਸੈਸਿਸ ਨੂੰ ਬਚਾ ਕੇ ਰੱਖਣ ਦੀ ਪ੍ਰੋਸੈਸ ਨੂੰ ਜਾਂ ਟੈਕਨੋਲੋਜੀ ਤਕਨੀਕ ਨੂੰ ਅਸੀਂ ਸਾਈਬਰ ਸਿਕਿਉਰਿਟੀ ਦਾ ਨਾਂ ਦਿੰਦੇ ਹਾਂ। ਸੋ ਸਾਨੂੰ ਸਾਰਿਆਂ ਨੂੰ ਪਤਾ ਵੀ ਕੁਛ ਇਨਫੋਰਮੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਆ, ਤੇ ਹਰ ਇੱਕ ਨੂੰ ਉਹ ਇਨਫੋਰਮੇਸ਼ਨ ਅਸੀਂ ਪਬਲਿਕਲੀ ਨਹੀਂ ਦੇ ਸਕਦੇ। ਉਹਦੇ ਵਿੱਚ ਨਿੱਜੀ ਜਾਣਕਾਰੀ ਹੋ ਸਕਦੀ ਆ, ਸਰਕਾਰਾਂ ਦੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੋ ਸਕਦੀ ਆ, ਕਿਸੇ ਕਾਰਪੋਰੇਸ਼ਨਾਂ, ਕੰਪਨੀਆਂ ਦੀ ਕੋਈ ਉਹਨਾਂ ਦੀ ਕੋਈ ਗੁਪਤ ਜਾਣਕਾਰੀ ਹੋ ਸਕਦੀ ਆ, ਹੈ ਨਾ, ਜਿਹੜੀ ਉਹਨਾਂ ਦੇ ਕੰਪੀਟੀਸ਼ਨ ਦੇ ਪਰਸਪੈਕਟਿਵ ਦੇ ਨਾਲ, ਤੇ ਉਹਨਾਂ ਸਾਰੀ ਜਾਣਕਾਰੀ ਆਪਣੇ ਕੋਲ ਰੱਖਣੀ ਹੁੰਦੀ ਆ, ਕਿਉਂਕਿ ਜੇ ਉਹ ਇਨਫੋਰਮੇਸ਼ਨ ਪਬਲਿਕ ਹੋ ਜਾਂਦੀ ਆ, ਇਹਦਾ ਜਾਨੀ ਨੁਕਸਾਨ, ਮਾਲੀ ਨੁਕਸਾਨ ਤੇ ਕੰਪੀਟੀਸ਼ਨ ਦਾ ਨੁਕਸਾਨ ਹੋ ਸਕਦਾ। ਤੇ ਉਹ ਇਨਫੋਰਮੇਸ਼ਨ ਜਿਹੜੀ ਆ ਉਹਨੂੰ ਸੰਭਾਲ ਕੇ ਰੱਖਣਾ ਤੇ ਜੇ ਉਹ ਇਨਫੋਰਮੇਸ਼ਨ ਨੂੰ ਸੰਭਾਲ ਕੇ ਰੱਖਣ ਦੇ ਸਾਰੀ ਕਵਾਇਦ ਨੂੰ ਸਾਈਬਰ ਸਿਕਿਉਰਿਟੀ ਜਾਂ ਸਾਈਬਰ ਸੁਰੱਖਿਆ ਦਾ ਨਾਂ ਦਿੱਤਾ ਜਾ ਸਕਦਾ। ਬਿਲਕੁਲ। ਸੋ ਜਿੱਦਾਂ ਹਰਵਿੰਦਰ ਸਿੰਘ ਆਪਾਂ ਗੱਲ ਕਰ ਰਹੇ ਹਾਂ ਸਾਈਬਰ ਸੁਰੱਖਿਆ ਦੀ, ਸਾਈਬਰ ਸਿਕਿਉਰਿਟੀ ਦੀ, ਜੀ। ਕੁਛ ਹੀ ਵਕਤ ਪਹਿਲਾਂ ਆਪਾਂ ਕਹਿ ਸਕਦੇ, ਚਲੋ ਜਦੋਂ ਇੰਟਰਨੈਟ ਵਗੈਰਾ ਆਇਆ, ਸਾਈਬਰ ਚੀਜ਼ਾਂ ਜਿਹੜੀਆਂ ਉਹ ਆਈਆਂ, ਉਹ ਆਪਣੇ ਸਾਹਮਣੇ ਆਈਆਂ। ਜੀ। ਅੱਜ ਕੱਲ੍ਹ ਇੱਕ ਲਫ਼ਜ਼ ਆਪਣੇ ਦਰਸ਼ਕ ਸਰੋਤਿਆਂ ਨੇ, ਕਈਆਂ ਨੇ ਜਿਹੜਾ ਸੁਣਿਆ ਹੋਣਾ, ਜਿਹੜੇ ਸਾਈਬਰ ਜਾਂ IT ਦੀਆਂ ਖਬਰਾਂ ਦੇ ਨਾਲ, ਟੈਕ ਦੀਆਂ ਖਬਰਾਂ ਨਾਲ ਵਾਹ ਵਾਸਤਾ, ਸਾਈਬਰ ਵਾਰਫੇਅਰ। ਸੋ ਹਾਂਜੀ। ਵੀ ਇੱਕ ਦੂਜੇ ਦੀ ਇਨਫੋਰਮੇਸ਼ਨ ਨੂੰ ਹਥਿਆਉਣਾ, ਇੱਕ ਦੂਜੇ ਦੇ ਸਿਸਟਮਸ ਦੇ ਉੱਤੇ ਹਮਲਾ ਜਿਹੜਾ ਉਹ ਕਰਨਾ, ਇਹ ਸਾਰੀਆਂ ਚੀਜ਼ਾਂ ਤੋਂ ਕਿੱਦਾਂ ਬਚਾਉਣਾ ਆ, ਉਹੀ ਜਿਹੜੀ ਇੱਕ ਚੀਜ਼ ਹੈਗੀ ਆ ਸਾਈਬਰ ਸਿਕਿਉਰਿਟੀ। ਸੋ ਇਸ ਨੂੰ ਬਹੁਤ ਹੀ ਧਿਆਨ ਦੇ ਨਾਲ, ਸੰਜੀਦਗੀ ਦੇ ਨਾਲ ਲੈਣਾ ਚਾਹੀਦਾ। ਚਾਹੇ ਦੇਖੋ ਤੁਸੀਂ ਇੱਕ ਆਮ ਇੰਡੀਵਿਜੂਅਲ ਆ, ਤੁਸੀਂ ਉਹ ਆਪਣੀ ਇਨਫੋਰਮੇਸ਼ਨ ਨੂੰ ਬਚਾਉਣ ਦੀ ਗੱਲ ਕਰ ਰਹੇ ਆ, ਜੀ। ਚਾਹੇ ਉਹ ਕੋਈ ਛੋਟੀ ਕੰਪਨੀ ਆ ਤੇ ਚਾਹੇ ਕੋਈ ਉਹ ਵੱਡੀ ਕੰਪਨੀ ਆ, ਵੀ ਜੀ। ਉਹ ਆਪਣੇ ਸਿਸਟਮਸ, ਆਪਣੇ ਪ੍ਰੋਸੈਸਿਸ, ਆਪਣੀ ਇਨਫੋਰਮੇਸ਼ਨ ਆ, ਉਸ ਨੂੰ ਬਚਾਉਣ ਦੀ ਲੈ ਕੇ ਗੱਲ ਕਰਦੇ। ਇਹ ਸਾਰੇ ਹੀ ਇੱਕੋ ਹੀ ਅਮਰੇਲਾ ਅਧੀਨ, ਇਹ ਸਾਈਬਰ ਸਿਕਿਉਰਿਟੀ ਦੇ ਅੰਡਰ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ ਆ। ਸੋ ਆਪਾਂ ਇਸ ਦੇ ਵਿੱਚ ਜੇ ਹੋਰ ਡੂੰਘਾਈ ਜੀ। ਦੇ ਵਿੱਚ ਜਿਹੜਾ ਉਹ ਜਾਈਏ, ਆਪਾਂ ਦੇਖਦੇ ਹਾਂ ਹਰਵਿੰਦਰ ਵੀ, ਇੰਟਲੈਕਚੁਅਲ ਪ੍ਰਾਪਰਟੀ ਨੂੰ ਬਚਾਉਣ ਦੀਆਂ ਗੱਲਾਂ ਅਕਸਰ ਚੱਲਦੀਆਂ ਆ। ਜਿਹੜੇ ਮੁਲਕ ਆ ਇੱਕ ਦੂਜੇ ਦੇ ਪਿੱਛੇ ਜਿਹੜੇ ਉਹ ਲੱਗੇ ਰਹਿੰਦੇ ਆ, ਉਸ ਚੀਜ਼ ਨੂੰ ਹਥਿਆਉਣ ਦੇ ਲਈ ਦੂਜੇ ਮੁਲਕ ਉਹ ਕਰਦੇ ਰਹਿੰਦੇ ਆ। ਅਕਸਰ ਆਪਾਂ ਖਬਰਾਂ ਸੁਣਦੇ ਆ ਵੀ ਇਹਨਾਂ ਦਾ ਡਾਟਾ ਇਦਾਂ ਚੋਰੀ ਹੋ ਗਿਆ, ਇੱਧਰ ਹਾਈਕਿੰਗ ਹੋ ਗਈ। ਸੋ ਜਿੱਥੇ ਤੇ ਕਿਤੇ ਵੀ ਊਣਤਾਈ ਰਹਿ ਹੈਕਿੰਗ। ਜੀ। ਜਾਂਦੀ, ਸਿਕਿਉਰਿਟੀ ਦੇ ਵਿੱਚ ਰਹਿ ਜਾਂਦੀ ਆ, ਤਾਂ ਉੱਥੇ ਉਹ ਚੀਜ਼ ਆ ਜਾਂਦੀ। ਸੋ ਇਸ ਲਈ ਇਸ ਟਾਈਮ, ਅੱਜ ਦੇ ਯੁੱਗ ਦੇ ਵਿੱਚ, ਜਿਹੜੀ ਸਾਈਬਰ ਸਿਕਿਉਰਿਟੀ ਹੈ ਬਹੁਤ ਹੀ ਜ਼ਿਆਦਾ ਅਹਿਮ ਬਣ ਚੁੱਕੀ ਹੈ। ਜੀ। ਥੋੜ੍ਹਾ ਜਿਹਾ ਜਿੱਦਾਂ ਤੁਸੀਂ ਗੱਲ ਕਿਹਾ, ਇਕੱਲੀ ਕੰਪਨੀਆਂ ਦੀ ਜਾਂ ਦੇਸ਼ਾਂ ਦੀ ਗੱਲ ਨਹੀਂ, ਆਮ ਲੋਕਾਂ ਦੀ ਵੀ ਗੱਲ ਆ। ਇਹਨੂੰ ਅਸੀਂ ਮੁੱਖ ਤੌਰ ਦੇ ਉੱਤੇ 6 ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਜੇ ਉਹਨੂੰ ਆਪਾਂ ਗੱਲ ਨੂੰ ਅੱਗੇ ਤੋਰਨਾ ਹੋਏ। ਉਹਨਾਂ ਦੇ ਵਿੱਚੋਂ ਆਲਮੋਸਟ ਜਿਹੜੀ ਸਾਰੀ ਚੀਜ਼ਾਂ ਤੁਸੀਂ ਕਹੀਆਂ, ਉਹ ਕਵਰ ਹੋ ਜਾਂਦੀਆਂ। 6 ਹਿੱਸੇ ਉਹਦੇ ਇੱਦਾਂ, ਪਹਿਲੀ ਹੈਗੀ ਨੈਟਵਰਕ ਸਿਕਿਉਰਿਟੀ, ਹੈ ਨਾ। ਮੰਨ ਲਓ ਹਰ ਇੱਕ, ਸਾਨੂੰ ਪਤਾ ਸਾਡੇ ਘਰ ਦੇ ਵਿੱਚ ਵਾਈਫਾਈ ਹੁੰਦਾ, ਵਾਈਫਾਈ ਦੇ ਨਾਲ ਕਿੰਨੀਆਂ ਚੀਜ਼ਾਂ ਕਨੈਕਟਡ ਹੁੰਦੀਆਂ ਨਾ, ਉਹ ਨੈਟਵਰਕ ਸਿਕਿਉਰਿਟੀ ਉਹਦਾ ਪਹਿਲਾ ਹਿੱਸਾ ਹੁੰਦਾ। ਜੀ। ਦੂਸਰਾ ਹੁੰਦਾ ਐਂਡ ਪੁਆਇੰਟ ਸਿਕਿਉਰਿਟੀ। ਐਂਡ ਪੁਆਇੰਟ ਸਿਕਿਉਰਿਟੀ ਅੰਗਰੇਜ਼ੀ 'ਚ ਨਾਂ ਦਿੱਤਾ, ਉਹਦਾ ਮਤਲਬ ਇਹ ਆ ਕਿ ਜੇ ਮੰਨ ਲਓ ਤੁਹਾਡੇ ਕੋਲ ਕੋਈ ਜਿੱਦਾਂ ਤੁਹਾਡੇ ਮੋਬਾਈਲ ਆ, ਤੁਹਾਡੇ ਕੰਪਿਊਟਰ ਆ, ਹੈ ਨਾ, ਕੋਈ ਕੰਪਿਊਟਰ ਨੂੰ ਕੋਈ ਹੈਕ ਕਰ ਲੈਂਦਾ। ਮੋਬਾਈਲ ਨੂੰ ਪਿੱਛੇ ਜਿਹੇ ਬੜਾ ਰੌਲਾ ਪਿਆ ਸੀ ਇੰਡੀਆ ਦੇ ਵਿੱਚ ਕਿ ਇੰਡੀਆ ਜਾਂ ਕੁਛ ਹੋਰ ਦੇਸ਼ਾਂ ਨੇ ਜਿਹੜੇ ਆਪਣੇ ਆਪੋਜੀਸ਼ਨ ਪਾਰਟੀ ਵਾਲੇ ਆ, ਉਹਨਾਂ ਦੇ ਫੋਨਾਂ ਨੂੰ ਹੈਕ ਕਰ ਲਿਆ ਸੀ, ਬਿਲਕੁਲ। ਹੈ ਨਾ, ਇਜ਼ਰਾਈਲੀ ਸੌਫਟਵੇਅਰ ਨੂੰ ਵਰਤ ਕੇ। ਇੱਦਾਂ ਦਾ ਕਾਫੀ ਜਗ੍ਹਾ ਚੱਲੀ, ਉਹਨੂੰ ਐਂਡ ਪੁਆਇੰਟ ਸਿਕਿਉਰਿਟੀ ਕਹਿੰਦੇ ਆ। ਅਗਲੀ ਚੀਜ਼ ਹੁੰਦੀ ਹੈ ਐਪਲੀਕੇਸ਼ਨ ਸਿਕਿਉਰਿਟੀ। ਮੰਨ ਲਓ ਕਿ ਤੁਹਾਡੇ ਕੋਲ ਕੋਈ ਐਪਲੀਕੇਸ਼ਨ ਹੈ ਜਿਹਦੇ ਨਾਲ ਤੁਸੀਂ ਪੈਸੇ ਦੀ ਟ੍ਰਾਂਜੈਕਸ਼ਨ ਕਰਦੇ ਹੋ, ਹੈ ਨਾ, ਕਿਸੇ ਬੈਂਕ ਦੀ ਐਪਲੀਕੇਸ਼ਨ, ਉਹਦੇ 'ਚ ਇੰਟਰੂਜਨ ਹੋ ਜਾਂਦੀ ਆ। ਉਹਦੇ ਧਿਆਨ ਵਿੱਚ ਜਿਹੜੀ ਉਹਨੂੰ ਬਚਾਉਣ ਦੇ ਲਈ ਜਿਹੜੀ ਪ੍ਰੋਸੈਸ, ਉਹਨੂੰ ਐਪਲੀਕੇਸ਼ਨ ਸਿਕਿਉਰਿਟੀ ਕਹਿੰਦੇ ਆ। ਅਗਲੀ ਜਿਹੜੀ ਹੁਣੇ ਤੁਸੀਂ ਗੱਲ ਕਹੀ, ਉਹਨੂੰ ਡੇਟਾ ਸਿਕਿਉਰਿਟੀ ਕਹਿੰਦੇ ਆ। ਕਿਸੇ ਕੰਪਨੀ ਦਾ, ਕਿਸੇ ਦੇਸ਼ ਦਾ, ਕਿਸੇ ਨਿੱਜੀ, ਜਿੱਦਾਂ ਸੋਸ਼ਲ ਸਿਕਿਉਰਿਟੀ ਨੰਬਰ ਵਗੈਰਾ ਹੁੰਦੇ ਨਿੱਜੀ ਤੌਰ ਦੇ ਉੱਤੇ, ਇਹਨੂੰ ਚੋਰੀ ਕਰਨਾ, ਹੈ ਨਾ, ਡੇਟਾ ਸਿਕਿਉਰਿਟੀ ਕਹਿੰਦੇ ਆ। ਅਗਲੀ ਹੁੰਦੀ ਹੈ ਆਇਡੈਂਟੀਟੀ, ਹੈ ਨਾ, ਕਿਸੇ ਦੀ ਆਇਡੈਂਟੀਟੀ ਚੱਕ ਲੈਣੀ। ਜਦੋਂ ਮੰਨ ਲਓ ਕਿ ਕਿਸੇ ਦਾ ਡਰਾਈਵਰ ਲਾਇਸੈਂਸ ਕਿਸੇ ਨੇ ਔਨਲਾਈਨ ਚੱਕ ਲਿਆ, ਤੇ ਉਹਨੂੰ ਯੂਜ਼ ਕਰਕੇ
ਆਨਲਾਈਨ ਤੁਸੀਂ ਪੈਸੇ ਦਾ ਲੈਣ-ਦੇਣ ਕਰ ਲੈਂਦੇ ਹੋ ਨਾ, ਸੈਂਸਿਟਿਵ ਇਨਫੋਰਮੇਸ਼ਨ ਵੀ ਹਾਂਜੀ। ਕੋਈ ਮੈਂ ਰਾਜਕਰਨ ਬਣ ਕੇ ਹੈ ਨਾ, ਜਾਂ ਰਾਜਕਰਨ ਹੂੰ, ਹੂੰ। ਹਰਵਿੰਦਰ ਬਣ ਕੇ ਡੇਟਾ ਕਿਸੇ ਦਾ ਚੋਰੀ ਕਰ ਲੈਂਦਾ। ਸੋ ਇਹਨੂੰ ਕਹਿੰਦੇ ਆ ਆਇਡੈਂਟਿਟੀ ਐਂਡ ਐਕਸੈਸ ਆਈਡੈਂਟੀਟੀ। ਮੈਨੇਜਮੈਂਟ, ਹੈ ਹੂੰ, ਨਾ। ਹੂੰ। ਤੇ ਅਖੀਰਲਾ ਹੁੰਦਾ ਇੰਸੀਡੈਂਟ ਰਿਸਪਾਂਸ। ਇਹ ਅੱਜ-ਕੱਲ੍ਹ ਕਾਫੀ ਪਾਪੂਲਰ ਆ ਕਿ ਇੰਸੀਡੈਂਟ ਰਿਸਪੌਂਡ ਇਹ ਆ ਕਿ ਜਿੱਦਾਂ ਹੈਕਰਸ ਦੀ ਤੁਸੀਂ ਗੱਲ ਕੀਤੀ, ਹੈਕਰਸ ਨੇ ਕਿਸੇ ਟਾਰਗੇਟ ਕਰਕੇ ਕਿਸੇ ਸਮੂਹ ਨੂੰ, ਕਿਸੇ ਕੰਪਨੀ ਨੂੰ, ਕਿਸੇ ਦੇਸ਼ ਨੂੰ ਉਹਨਾਂ ਦਾ ਜਿਹੜਾ ਇਨਫੋਰਮੇਸ਼ਨ ਆ ਉਹਨੂੰ ਆਪਣੇ ਹੱਥ ਵਿੱਚ ਕਰ ਲੈਂਦੇ ਆ ਤੇ ਉਹਦੇ ਵਿੱਚ ਕੀ ਕਹਿੰਦੇ ਆ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਦੀ ਕੰਪਨਸੇਸ਼ਨ ਦਿਓ। ਕੰਪਨਸੇਸ਼ਨ ਕਈ ਤਰ੍ਹਾਂ ਦੀ ਹੋ ਸਕਦੀ, ਪੈਸੇ ਦੇ ਤੌਰ 'ਤੇ ਹੋ ਸਕਦੀ ਆ, ਪੋਲੀਟੀਕਲ ਪ੍ਰਿਜ਼ਨਰਸ ਤੌਰ 'ਤੇ ਜਦੋਂ ਦੇਸ਼ਾਂ ਦੀ ਗੱਲ ਆਉਂਦੀ ਹੈ, ਹੈ ਨਾ। ਹੂੰ, ਹੂੰ। ਜਾਂ ਅੱਜ-ਕੱਲ੍ਹ ਕੰਪਨੀਆਂ ਨੂੰ ਹੈਕ ਕਰਕੇ ਤੇ ਪੈਸਾ ਮਿਲੀਅਨਸ ਐਂਡ ਬਿਲੀਅਨਸ ਆਫ ਧਿਆਉਣਾ, ਡਾਲਰਸ ਦੀ ਗੱਲ ਆ, ਧਿਆਉਣਾ। ਹਥਿਆਉਣਾ, ਹੈ ਨਾ। ਉਹਨੂੰ ਕਹਿੰਦੇ ਆ ਇੰਸੀਡੈਂਟਸ ਰਿਸਪਾਂਸ ਐਂਡ ਉਹਦੀ ਸਿਕਿਉਰਿਟੀ, ਹੂੰ, ਸਾਈਬਰ ਹੂੰ। ਸਿਕਿਉਰਿਟੀ ਦਾ ਪੱਖ ਹੁੰਦਾ। ਸੋ ਇਹ 6 ਮੁੱਖ ਪੱਖਾਂ ਦੇ ਵਿੱਚ ਅਸੀਂ ਸਾਈਬਰ ਸਿਕਿਉਰਿਟੀ ਨੂੰ ਵੰਡ ਸਕਦੇ ਹਾਂ। ਬਿਲਕੁਲ, ਸੋ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਜੁੜੇ ਹੁੰਨੇ ਆ। ਜੀ, ਜਿੱਦਾਂ ਹੁਣ ਡਾਟਾ ਆ, ਨੈਟਵਰਕ ਹਰ ਇੱਕ ਦੇ ਘਰੇ ਅੱਜ-ਕੱਲ੍ਹ ਵਾਈਫਾਈ ਆ, ਬਿਲਕੁਲ, ਇੰਟਰਨੈਟ ਬਿਲਕੁਲ ਜਿਹੜਾ ਉਹ ਹੈਗਾ। ਲੱਗਾ ਆ। ਜੀ। ਹੂੰ, ਹੂੰ। ਤੇ ਜੇ ਤੁਸੀਂ ਉਸ ਦੀ ਸਿਕਿਉਰਿਟੀ ਸਹੀ ਢੰਗ ਨਾਲ ਨਹੀਂ ਰੱਖਦੇ, ਬੈਡ ਐਕਟਰਸ ਜਿਨ੍ਹਾਂ ਨੂੰ ਸ਼ਬਦ ਵਰਤਿਆ ਜਾਂਦਾ ਵੀ ਕੋਈ ਵੀ ਹਾਂਜੀ, ਤੁਹਾਡੇ 'ਚ ਲੌਗਇਨ ਕਰਕੇ ਤੁਹਾਡੇ ਨੈਟਵਰਕ 'ਚ ਆ ਕੇ ਉਹਦੇ ਥਰੂ ਹੀ ਉਹਨਾਂ ਨੇ ਤੁਹਾਡੇ ਕੰਪਿਊਟਰਸ ਜਾਂ ਫੋਨਸ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਜ਼ਰੀਏ ਵਿੱਚ ਜਾਣਾ ਆ ਤੇ ਉਹ ਜੀ। ਕਰ ਸਕਦੇ। ਇਕੱਲਾ ਇਹੀ ਨਹੀਂ, ਬੇਸਿਕਲੀ ਇੱਕ ਫ੍ਰੀ ਲੋਡਰ ਦਾ ਵੀ ਉਹ ਕੰਮ ਕਰ ਸਕਦੇ ਆ ਵੀ ਫ੍ਰੀ ਲੋਡਰ ਦਾ ਵੀ ਕੰਮ ਕਰ ਸਕਦੇ ਆ ਰਾਜਕਰਨ, ਤੇ ਮੈਂ 2 ਇੰਸੀਡੈਂਟ ਇੱਥੇ ਮੈਂ ਹਾਂਜੀ। ਦੱਸਾਂਗਾ ਜਿਹੜੇ ਕਿ ਹੂੰ, ਵਾਕਈ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਕਿ ਕਾਫੀ ਗਟ ਰੈਂਚਿੰਗ ਆ। ਹੂੰ, 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 ਇੱਕ ਤਾਂ ਇਹ ਹੈ ਕਿ ਆਪਾਂ ਘਰ ਦੇ ਵਿੱਚ ਹੁਣ ਜਿੱਦਾਂ ਸ਼ੁਰੂ ਵਿੱਚ ਵੀ ਗੱਲ ਕੀਤੀ ਸੀ, ਅਸੀਂ ਜ਼ਿਆਦਾ ਡਿਜੀਟਾਈਜ਼ ਹੋ ਗਏ ਆ, ਹੈ ਨਾ। ਹੂੰ, ਹੂੰ, ਹਰ ਹੂੰ, ਇੱਕ ਹੂੰ, ਚੀਜ਼ ਇੰਟਰਨੈਟ ਦੇ ਉੱਪਰ ਆ। ਸੋ ਇਹ ਆ ਕਿ ਹਰ ਤਰ੍ਹਾਂ ਦੇ ਸਿਰ-ਫਿਰੇ ਲੋਕ ਵੀ ਇੰਟਰਨੈਟ ਦੇ ਉੱਤੇ ਬਿਲਕੁਲ ਬੈਠੇ ਹੁੰਦੇ ਹਨ। ਨਾਲ ਹੀ ਆ। ਸੋ ਜਿਹੜੇ ਬੇਬੀ ਮੋਨੀਟਰਸ ਹੁੰਦੇ ਆ, ਹਨਾ, ਬੇਬੀ ਹੂੰ, ਮੋਨੀਟਰਸ ਜੇ ਤੇ ਉਹ ਵੀ ਨੈਟਵਰਕ ਦੇ ਉੱਤੇ ਹੁੰਦੇ, ਤੁਸੀਂ ਕਿਤੋਂ ਵੀ ਆਪਣੀ ਸਾਰੀ ਜਾਣਕਾਰੀ ਲੈ ਸਕਦੇ ਹੋ। ਘਰ ਦੇ ਹੂੰ, ਕੈਮਰੇ ਹੁੰਦੇ ਆ, ਕਈਆਂ ਦੇ ਘਰਾਂ ਦੇ ਅੰਦਰ ਵੀ ਕੈਮਰੇ ਲਾਏ ਹੁੰਦੇ ਆ ਅਨਫੋਰਚੂਨੇਟਲੀ। ਹੂੰ। ਚਲੋ ਅਨਫੋਰਚੂਨੇਟਲੀ ਨਹੀਂ ਕਹਿ ਸਕਦੇ, ਕੋਈ ਕਾਰਨ ਹੋ ਉਹ ਉਹਨਾਂ ਦੀ ਸਕਦਾ। ਮਰਜ਼ੀ ਆ ਹਨਾ ਵੀ ਜੀ, ਉਹਨਾਂ ਨੇ ਲਾਏ ਆ। ਜੀ। ਸੋ ਉਹਦੇ ਵਿੱਚ ਕੀ ਹੋਇਆ ਕਿ ਇੱਕ ਇੰਸੀਡੈਂਟ ਇੱਦਾਂ ਦਾ ਹੋਇਆ ਕਿ ਇੱਕ ਛੋਟਾ ਬੱਚਾ ਸੀ, ਉਹਨੂੰ ਜਿਹੜਾ ਬੇਬੀ ਮੋਨੀਟਰ ਸੀ, ਉਹਨੂੰ ਹੈਕ ਕਰਕੇ ਉਹਦੇ ਕਮਰੇ ਦੇ ਵਿੱਚ ਉਹਨੂੰ ਜਿੱਦਾਂ ਡਰਾਉਣ ਦੀ ਅ, ਕੋਸ਼ਿਸ਼ ਕੀਤੀ ਗਈ, ਹੈ ਨਾ। ਬੈਡ ਹਾਂ, ਐਕਟਰ ਦੀ ਹਾਂ। ਤੁਸੀਂ ਗੱਲ ਕੀਤੀ। ਸੋ ਮੈਂ ਐਕਸਟ੍ਰੀਮ ਇੰਸੀਡੈਂਟ ਦੀ ਗੱਲ ਕਰ ਰਿਹਾ। ਹੂੰ, 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 ਘਰਾਂ ਦੇ ਕੈਮਰੇ ਆ ਉਹਨੂੰ ਮੈਨੇਜ ਕਰਨ ਦੇ ਲਈ, ਹੈ ਨਾ। ਘਰ ਨੂੰ ਜਦ ਤੁਸੀਂ ਬਾਹਰ ਹੁੰਦੇ ਹੋ, ਸੋ ਉਹਦਾ ਹੈਕ ਹੋ ਸਕਦਾ ਜੇ ਤੁਸੀਂ ਸਟਰੋਂਗ ਪਾਸਵਰਡ ਨਹੀਂ ਰੱਖਦੇ, ਹੈ ਨਾ, ਇੱਦਾਂ ਦੀ ਚੀਜ਼ਾਂ। ਚਲੋ ਉਹਦੇ ਬਾਰੇ ਅਸੀਂ ਲੇਟਰ ਔਨ ਗੱਲ ਕਰਾਂਗੇ, ਇਹਨਾਂ ਚੀਜ਼ਾਂ ਤੋਂ ਬਚਣਾ ਕਿੱਦਾਂ। ਸੋ ਬੈਡ ਐਕਟਰ ਦੀ ਤੁਸੀਂ ਮੈਂ ਐਗਜ਼ਾਮਪਲ ਦਿੱਤੀ ਹੋਈ ਆ ਕਿ ਕਈ ਵਾਰ ਜਦੋਂ ਤੁਸੀਂ ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਹੋ, ਮੈਂ ਐਗਜ਼ਾਮਪਲ ਕਿਉਂ ਲਈ ਇੱਥੇ। ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਤਾਂ ਅਸੀਂ ਹੁੰਦਾ ਕਿ ਚਲੋ ਯਾਰ ਕੰਪਨੀਆਂ ਦੀ ਗੱਲ ਹੋ ਗਈ, ਦੇਸ਼ਾਂ ਦੀ ਗੱਲ ਹੋ ਗਈ, ਸਾਨੂੰ ਉਹਦੇ ਨਾਲ ਕੀ ਲੈਣਾ ਦੇਣਾ। ਪਰ ਇਹ ਮੈਂ ਦੱਸ ਦੇਵਾਂ ਕਿ ਇਹ ਕਿਉਂਕਿ ਅਸੀਂ ਦਿਨੋਂ-ਦਿਨ ਨੈਟਵਰਕ ਦੇ ਵੱਲ ਜ਼ਿਆਦਾ ਜਾ ਰਹੇ ਹਾਂ, ਸਭ ਕੁਛ ਔਨਲਾਈਨ ਆ, ਸਾਈਬਰ ਸਪੇਸ ਵਿੱਚ ਬਹੁਤ ਕੁਛ ਆ। ਸੋ ਇਹ ਆਮ ਲੋਕਾਂ ਨੂੰ ਵੀ ਘਰਾਂ ਦੇ ਵਿੱਚ ਆ ਕੇ ਵੀ ਇਫੈਕਟ ਕਰਦਾ ਵਾ। ਸਾਨੂੰ ਇਹਦੇ ਬਾਰੇ ਅਵੇਅਰ ਹੋਣ ਦੀ ਲੋੜ ਆ, ਜਿਹੜਾ ਸਾਡੇ ਸ਼ੋਅ ਬਿਲਕੁਲ ਦਾ ਮੇਨ ਪ੍ਰੋਗਰਾਮ ਆ, ਜੋ ਉਹਦਾ ਮਕਸਦ ਮੰਤਵ ਆ, ਹੈ ਨਾ, ਕਿ ਹੈ। ਅਸੀਂ ਸੋ ਸਾਰੇ ਅਵੇਅਰ ਹੋਈਏ। ਜੇ ਅਵੇਅਰ ਹੋਵਾਂਗੇ ਤੇ ਇਹਨਾਂ ਚੀਜ਼ਾਂ ਤੋਂ ਬਚਾਅ ਜੀ, ਹੋਵਾਂਗੇ, ਤਾਂ ਅੱਖਾਂ ਮੀਟ ਕੇ ਆਪਣੀ ਗੱਲ ਨਹੀਂ ਬਣਨੀ। ਬਿਲਕੁਲ ਆਪਾਂ ਨੂੰ ਸਹੂਲਤ ਦੇ ਨਾਮ ਦੇ ਉੱਤੇ ਕਈ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ। ਜੀ, ਬਹੁਤ ਵਾਰੀ ਆਪਾਂ ਜਿਹੜੀ ਆ ਕੋਸਟ ਕਟਿੰਗ ਦੇ ਚੱਕਰ ਦੇ ਵਿੱਚ ਇਦਾਂ ਦੇ ਪ੍ਰੋਡਕਟ ਆਪਾਂ ਆਪਣੇ ਘਰ ਦੇ ਵਿੱਚ ਲੈ ਆਉਂਦੇ ਆ ਜਿਹਦੇ ਨਾਲ ਤੁਹਾਡੀ ਆਪਣੀ ਅਜਿਹੀ ਜਿਹੜੀ ਸਾਈਬਰ ਸਿਕਿਉਰਿਟੀ ਨੂੰ ਖੁਦ ਖਤਰਾ ਜਿਹੜਾ ਉਹ ਬਣ ਖਤਰਾ ਜਾਂਦਾ। ਕੰਪਰੋਮਾਈਜ਼ ਹੋ ਜਾਂਦੀ। ਜੀ। ਕੰਪਰੋਮਾਈਜ਼ ਜਿਹੜਾ ਉਹ ਕਰ ਲੈਂਦੇ ਆ ਉਹਦੇ ਨਾਲ ਉਹ ਰਾਦਰ ਡੋਂਟ ਹੈਵ ਇਟ ਜੇ ਹੂੰ, ਲੈ ਕੇ ਆਉਣਾ ਤਾਂ ਉਹ ਬੈਟਰ ਜਿਹੜਾ ਉਹ ਹੋਵੇ। ਦੇਖੋ ਕੋਈ ਵੀ 100% ਪ੍ਰੂਫ ਨਹੀਂ ਹੁੰਦਾ ਵੀ ਇਹਦੇ ਵਿੱਚ ਹੈਕਿੰਗ ਨਹੀਂ ਹੋ ਸਕਦੀ। ਹੂੰ, ਹੂੰ। ਆਬਵੀਅਸਲੀ ਜਿਹੜੇ ਹੈਕਿੰਗ ਕਰਨ ਵਾਲੇ ਆ ਜਾਂ ਜਿਨ੍ਹਾਂ ਨੇ ਇਦਾਂ ਦੀਆਂ ਚੀਜ਼ਾਂ ਕਰਨੀਆਂ ਆ ਉਹ ਨਵੀਂ ਤੋਂ ਨਵੀਂ ਜਿਹੜੀ ਆ ਉਹ ਚੀਜ਼ ਲੱਭਦੇ ਰਹਿੰਦੇ ਵੀ ਕਿਹੜੇ ਇੱਕ ਮੈਥਡ ਦੇ ਜ਼ਰੀਏ ਉਹਦੇ ਵਿੱਚ ਆਪਾਂ ਜਾਈਏ। ਸੋ ਰਾਦਰ ਨਾਟ ਹੈਵ ਇਟ ਦੈਨ ਹੈਵ ਜਿਹੜਾ ਕੰਪਰੋਮਾਈਜ਼ਡ ਜਿਹੜਾ ਆ ਉਦਾਂ ਦਾ ਹੋਵੇ। ਸੋ ਉਹ ਚੀਜ਼ ਜਿਹੜੀ ਆਪਾਂ ਨੂੰ ਜ਼ਰੂਰ ਧਿਆਨ ਜਿਹੜੀ ਉਹ ਦੇਣੀ ਚਾਹੀਦੀ ਆ। ਤੇ ਇਹ ਬੈਟਰ ਆ ਸਪੈਂਡ ਜੇ ਕਰਨਾ ਤਾਂ ਥੋੜ੍ਹਾ ਜਿਹਾ ਬੈਟਰ ਇਸ ਚੀਜ਼ ਦੇ ਵਿੱਚ ਆਪਾਂ ਸਪੈਂਡ ਜਿਹੜਾ ਉਹ ਕਰੀਏ। ਥੋੜ੍ਹੀ ਜਿਹੀ ਆਪਣੀ ਨੌਲੇਜ ਲੈ ਕੇ ਜਸਟ ਬਿਕੋਜ਼ ਮੈਂ ਕਹਿ ਰਿਹਾ, ਹਰਵਿੰਦਰ ਕਹਿ ਰਹੀਆਂ, ਤੁਹਾਡੇ ਆਂਢੀ ਗੁਆਂਢੀਆਂ ਉਹ ਕਹਿ ਰਹੇ ਆ, ਇੱਕ ਵਾਰੀ ਖੁਦ ਵੀ ਜਿਹੜਾ ਇਸ ਚੀਜ਼ ਦੇ ਬਾਰੇ ਪਤਾ ਜਿਹੜਾ ਉਹ ਤੁਹਾਨੂੰ ਰੱਖਣਾ ਚਾਹੀਦਾ ਆ ਵੀ ਤੁਸੀਂ ਕੀ ਇੰਟਰੋਡਿਊਸ ਕਰ ਰਹੇ ਆ ਇੱਕ ਸਿਕਿਉਰਿਟੀ ਦੇ ਨਾਂ ਉੱਤੇ ਜਾਂ ਟੈਕਨੋਲੋਜੀ ਦੇ ਨਾਂ ਦੇ ਉੱਤੇ ਜਿਹੜਾ ਤੁਸੀਂ ਕੀ ਕੁਛ ਆਪਣੇ ਅੰਦਰ ਲੈ ਕੇ
ਆ ਰਹੇ ਹਾਂ। ਬਹੁਤ ਮੈਂ ਰਾਜ ਕਰਨ ਇਹਦੇ ਵਿੱਚ ਇਹ ਤਾਂ ਅਸੀਂ ਪਰਿਵਾਰਿਕ ਤੌਰ ਤੇ ਗੱਲ ਕੀਤੀ, ਮੈਂ ਦੇਸ਼ਾਂ ਦੀ ਗੱਲ ਕਰਦਾ ਹਾਂ। ਉਸ ਤੋਂ ਹੂੰ, ਬਾਅਦ ਆਪਾਂ ਅੱਗੇ ਚੱਲਾਂਗੇ ਕਿ ਕਿੱਡਾ ਵੱਡਾ ਬਿਜ਼ਨਸ ਵੀ ਬਣ ਗਿਆ। ਪਰ ਹਾਂ, ਮੈਂ ਤੁਹਾਡੀ ਇਹ ਐਗਜ਼ਾਮਪਲ ਨੂੰ ਲੈ ਕੇ ਮੈਂ ਅੱਗੇ ਤੁਰਦਾ ਕਿ Huawei ਦੀ ਗੱਲ ਕਰਦੇ ਹਾਂ, ਚਾਈਨੀਜ਼ ਹੂੰ, ਕੰਪਨੀ ਆ, ਟੈਲੀਕਾਮ ਹੂੰ, 5G ਨੈਟਵਰਕ ਉਹਨੇ ਪੂਰੀ ਦੁਨੀਆ 'ਚ ਡਿਪਲੋਏ ਕੀਤੇ। ਅਮਰੀਕਾ ਦਾ ਇੱਕੋ ਇੱਕ ਕਾਰਨ ਜਿਹੜਾ ਇਹ ਸੀ ਕਿ ਉਹ Huawei ਨੂੰ ਅਮਰੀਕਾ ਦੇ ਵਿੱਚ ਨਹੀਂ ਆਉਣ ਦੇਣਾ ਚਾਹੁੰਦਾ, ਜਾਂ ਆਪਣੇ ਏਲਾਈਜ਼ ਯੂਰਪ ਦੇ ਦੇਸ਼ਾਂ ਨੂੰ ਉਹ ਚਾਹੁੰਦਾ ਸੀ ਵੀ ਇਹ Huawei ਨਾ ਆਏ, ਹੈ ਨਾ? ਕਈ ਕਾਰਨ ਹੋ ਸਕਦੇ, ਪਰ ਜਿਹੜਾ ਕਾਰਨ ਜਿਹੜਾ ਫਰੰਟ ਐਂਡ ਦੇ ਉੱਤੇ, ਬੈਕ ਐਂਡ ਤੇ ਕਈ ਕਾਰਨ ਹੋ ਸਕਦੇ ਆ। ਫਰੰਟ ਐਂਡ ਤੇ ਜਿਹੜਾ ਉਹਨਾਂ ਕਾਰਨ ਬਣਾਇਆ, ਉਹ ਇਹ ਕਹਿੰਦੇ ਸੀ ਕਿ ਜੇ ਸਾਰਾ ਇਨਫਰਾਸਟਰਕਚਰ Huawei, ਜਿਹੜੀ ਕਿ ਇੱਕ ਚਾਈਨੀਜ਼ ਕੰਪਨੀ ਆ, ਉਹ ਆਪਣੇ ਹੱਥ ਵਿੱਚ ਲਏਗੀ, ਜਾਂ ਯੂਐਸ ਦਾ ਸਾਰਾ ਇਨਫਰਾਸਟਰਕਚਰ ਇੱਕ ਚਾਈਨੀਜ਼ ਕੰਪਨੀ ਉਹਨੂੰ ਜੇ ਮੈਨੇਜ ਕਰੇਗੀ, 5G ਦਾ ਡੇਟਾ ਸਾਰਾ ਉਹਦੇ ਥਰੂ ਟ੍ਰਾਂਸਫਰ ਹੁੰਦਾ, ਆਪਣਾ ਫੋਨਾਂ ਦੇ ਉੱਤੇ ਗੱਲਬਾਤ ਕਰਦੇ, ਐਗਜ਼ੈਕਟਲੀ। ਫੋਨਾਂ ਉੱਤੇ ਲੋਕੇਸ਼ਨ ਹੁੰਦੀ ਹੈ। ਇਹਦਾ ਮਤਲਬ ਕਿ ਸਾਡੇ ਦੇਸ਼ ਦੀ ਜਿਹੜੀ ਸੁਰੱਖਿਆ, ਅਮਰੀਕਾ ਦੀ ਸੁਰੱਖਿਆ, ਉਹ ਕੰਪਰੋਮਾਈਜ਼ ਹੋਏਗੀ। ਇਸ ਲਈ ਅਸੀਂ Huawei ਨੂੰ ਇੱਥੇ ਇਨਫਰਾਸਟਰਕਚਰ ਸੈਟਅਪ ਨਹੀਂ ਕਰਨ ਦੇ ਸਕਦੇ। ਸੋ ਇਹ ਹੂੰ, ਤੋਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜਾ ਅੱਜ-ਕੱਲ੍ਹ ਸਾਈਬਰ ਸਿਕਿਉਰਿਟੀ ਆ, ਡੇਟਾ ਵਾ, ਇਹ ਕਿੰਨਾ ਜ਼ਿਆਦਾ ਇੰਪੋਰਟੈਂਟ ਆ। ਸਭ ਕੁਛ ਹੈ ਹੀ ਡੇਟਾ, ਹੈ ਨਾ? ਬਿਲਕੁਲ, ਜਿਹੜਾ ਤੁਸੀਂ ਹੁਣ ਰੈਵਨਿਊ ਜਨਰੇਸ਼ਨ ਦੀ ਪੈਸੇ ਦੀ ਗੱਲ